ਲੰਘੇ ਕੁਝ ਦਿਨਾਂ ਦੇ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਬੁੱਤ ਦੇ ਨਾਲ ਜੋ ਵਾਰਦਾਤਾਂ ਵਾਪਰੀਆਂ ਉਹ ਫਿਲਹਾਲ ਚਰਚਾਵਾਂ ਦਾ ਵਿਸ਼ਾ ਬਣਿਆ ਹੋਇਆ। ਖਾਸ ਤੌਰ ਦੇ ਉੱਤੇ ਕਿਉਂ ਹੋਇਆ ਆ, ਇਹਦੇ ਪਿੱਛੇ ਕੌਣ ਹੈ। ਅੰਮ੍ਰਿਤਸਰ ਤੋਂ ਘਟਨਾਵਾਂ ਸ਼ੁਰੂ ਹੋਈਆਂ ਤੇ ਉਸ ਤੋਂ ਬਾਅਦ ਲਗਾਤਾਰ ਇਹ ਘਟਨਾਵਾਂ ਕਦੀ ਫਲੌਰ ਤੇ ਕਦੀ ਬਟਾਲਾ ਵੱਖ-ਵੱਖ ਥਾਵਾਂ ਤੇ ਘਟਨਾਵਾਂ ਦੇਖਣ ਨੂੰ ਮਿਲੀਆਂ। ਹੁਣ ਇਹਨਾਂ ਘਟਨਾਵਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਚੀਜ਼ ਵੱਧ ਚੜ ਕੇ ਵੇਖਣ ਨੂੰ ਮਿਲੀ। ਅੰਮ੍ਰਿਤਸਰ ਦੇ ਵਿੱਚ ਵੀ ਜਿਹੜਾ ਵਿਅਕਤੀ ਉਸ ਬੁੱਤ ਦੇ ਉੱਤੇ ਚੜ੍ਹਿਆ ਜਾਂ ਉਸ ਨੂੰ ਵੈਂਡਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਉਸ ਨੇ ਦਮਾਲਾ ਬੰਨਿਆ ਹੋਇਆ ਸੀ ਜਾਂ ਫਿਰ ਉਹ ਇੱਕ ਸਿੱਖ ਅਟਾਇਰ ਦੇ ਵਿੱਚ ਨਜ਼ਰ ਆ ਰਿਹਾ ਸੀ। ਉਸ ਤੋਂ ਬਾਅਦ ਫਲੌਰ ਜਿਹੜੀ ਘਟਨਾ ਵਾਪਰੀ ਉਸ ਦੇ ਵਿੱਚ ਖਾਲਿਸਤਾਨ ਪੱਖੀ ਸਮੱਗਰੀ ਜਿਹੜੀ ਹੈ ਉਹ ਬੁੱਤ ਦੇ ਨਜ਼ਦੀਕ ਸ਼ੀਸ਼ੇ ਦੇ ਉੱਤੇ ਪਾਈ ਗਈ। ਉਸ ਦੇ ਨਾਲ ਇੱਦਾਂ ਦੇ ਹਾਲਾਤ ਵੱਧਦੇ ਗਏ। ਬਟਾਲੇ ਵਿੱਚ ਵੀ ਘਟਨਾ ਵਾਪਰੀ। ਪਰ ਹੁਣ ਸਵਾਲ ਇਹੀ ਹੈ ਕਿ ਕੀ ਇਹਦੇ ਪਿੱਛੇ ਅਸਲ ਦੇ ਵਿੱਚ ਖਾਲਿਸਤਾਨ ਪੱਖੀਆਂ ਦਾ ਹੱਥ ਹੈ। ਉਸ ਤੋਂ ਬਾਅਦ ਗੁਰਪਤਵੰਤ ਪੰਨੂ ਦੀ ਇੱਕ ਵੀਡੀਓ ਆਉਣਾ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਵਿਵਾਦ ਖੜਾ ਕਰਦਾ। ਮੇਰੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਆਰਤੀ ਰਾਜਪੂਤ ਮੌਜੂਦ ਨੇ। ਹਿਊਮਨ ਰਾਈਟਸ ਕਾਉਂਸਲ ਦੇ ਵਿੱਚ ਚੇਅਰਪਰਸਨ ਹੈਗੇ ਨੇ, ਪ੍ਰੈਜ਼ੀਡੈਂਟ ਨੇ ਆਰਤੀ ਰਾਜਪੂਤ ਸਾਡੇ ਨਾਲ ਮੌਜੂਦ ਨੇ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਇਸ ਨੂੰ ਕਿਵੇਂ ਦੇਖਦੇ। ਆਰਤੀ ਜੀ, ਸਮਾਂ ਦਿੱਤਾ ਬਹੁਤ ਸ਼ੁਕਰੀਆ। ਧੰਨਵਾਦ ਜੀ, ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ। ਆਰਤੀ ਜੀ, ਇਹ ਸਿਚੁਏਸ਼ਨਸ ਜਿਹੜੀਆਂ ਪੈਦਾ ਹੋਈਆਂ, ਤੁਸੀਂ ਦੇਖਿਆ ਅੰਮ੍ਰਿਤਸਰ ਜੋ ਵਾਪਰਿਆ, ਫਲੌਰ ਜੋ ਵਾਪਰਿਆ, ਮੁੜ ਕੇ ਬਟਾਲੇ ਜੋ ਵਾਪਰਿਆ, ਕੀ ਤੁਸੀਂ ਸਮਝਦੇ ਹੋ ਕਿ ਇਹ ਖਾਲਿਸਤਾਨ ਪੱਖੀਆਂ ਦਾ ਖਰਾਇਆ ਹੋ ਸਕਦਾ ਹੈ ਕੰਮ? ਦੇਖੋ, ਮੈਂ ਖਾਲਿਸਤਾਨ ਜਿੰਨਾ ਕਿ ਮੈਂ ਇਹਦੇ ਬਾਰੇ ਪੜ੍ਹਿਆ ਸੁਣਿਆ, ਕਹਿੰਦੇ ਪੰਨੂ ਜੋ USA ਔਰ ਕੈਨੇਡਾ ਨੂੰ ਲੀਡ ਕਰਦਾ ਵਾ, ਖਾਲਿਸਤਾਨ ਦੀ ਮੰਗ ਕਰਦਾ ਹੈ। ਅਤੇ 2019 ਦੇ ਵਿੱਚ ਮੈਂ ਵੇਖਿਆ ਇਹ ਅਚਾਨਕ ਹੀ ਉੱਭਰ ਆਇਆ। ਕਈ ਇੱਦਾਂ ਹੈ ਜਿਹੜੇ ਅਚਾਨਕ ਹੀ ਉੱਭਰ ਆਉਂਦੇ ਆ ਔਰ ਇਹਨਾਂ ਦਾ ਸਿਰਫ ਇੱਕ ਕੰਮ ਹੁੰਦਾ ਹੈ ਭਾਰਤ ਦੇ ਵਿੱਚ ਲੋਕਾਂ ਨੂੰ ਲੜਾਉਣਾ। ਔਰ ਇੱਥੇ ਨਾ ਕਈ ਲੋਕਾਂ ਦੀ ਸੋਚ ਹੈ ਕਿ ਸ਼ਾਇਦ ਇਹ ਸਿੱਖ ਕਮਿਊਨਿਟੀ ਖਾਲਿਸਤਾਨ ਦੀ ਮੰਗ ਕਰ ਰਹੀ ਹੈ। ਪਰ ਜੇ ਮੈਂ ਇਹਨੂੰ ਮੇਰਾ ਨਜ਼ਰੀਆ ਜਿਹੜਾ ਮੈਂ ਦੇਖਾਂ ਤਾਂ ਸਿੱਖ ਕਮਿਊਨਿਟੀ ਨਹੀਂ ਕਰ ਰਹੀ ਹੈ। ਸਿਰਫ ਇੱਕ ਸਿੱਖ ਭਰਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਜਿਸ ਪਰਸਨ ਨੂੰ ਅਸੀਂ ਮਿਲੇ ਆ ਉਹਦਾ ਬੈਕਗਰਾਊਂਡ ਨਹੀਂ ਸਾਨੂੰ ਪਤਾ ਕਿ ਜਿਹੜਾ ਉੱਥੇ ਗਿਆ, ਤੁਸੀਂ ਹੁਣ ਦੱਸਿਆ ਕਿ ਉਹਦੀ ਭੇਸ਼ਭੂਸ਼ਾ ਇੱਦਾਂ ਦੀ ਸੀ, ਪਰ ਇਹ ਕਨਫਰਮਡ ਹੈ ਕਿ ਉਹ ਸਿੱਖ ਆ। ਲੇਕਿਨ ਸਿਰਫ ਇਹ ਡਿਮਾਂਡ ਕਰ ਰਿਹਾ ਕੁਝ ਚੰਦ ਇਹਦੇ ਚਮਚੇ, ਪੰਨੂ ਦੇ ਚਮਚੇ ਮੈਂ ਕਹਾਂਗੀ ਕੁਝ ਚੰਦ। ਜੇ ਅਸਲੀ 'ਚ ਸਿੱਖ ਕਮਿਊਨਿਟੀ ਚਾਹੁੰਦੀ ਤੇ ਮੈਨੂੰ ਲੱਗਦਾ ਪਰਸੈਂਟੇਜ ਜ਼ਿਆਦਾ ਹੋਣੀ ਸੀ, ਥੋੜੀ ਨਹੀਂ ਹੋਣੀ ਸੀ। ਮੁਸਲਿਮ ਕਮਿਊਨਿਟੀ 'ਚ ਤੁਸੀਂ ਵੇਖਿਆ ਕਿ ਰੋਸ ਪ੍ਰਦਰਸ਼ਨ ਜਦੋਂ ਹੁੰਦਾ ਤਾਂ ਕਿੰਨਾ ਜ਼ਿਆਦਾ ਹੁੰਦਾ, ਕਿਉਂਕਿ ਉਹ ਕੁਦਰਤੀ ਮੁਸਲਿਮ ਕਮਿਊਨਿਟੀ ਕਰ ਰਹੀ ਹੈ ਉਸ ਚੀਜ਼ ਨੂੰ, ਲੇਕਿਨ ਇਹਦੇ ਵਿੱਚ ਪਰਸੈਂਟੇਜ ਜਿਹੜੀ ਬਹੁਤ ਥੋੜੀ ਹੁੰਦੀ ਹੈ। ਤਾਂ ਇਹ ਸਿਰਫ ਸਿੱਖਾਂ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਹੈ। ਉਹ ਸਾਜ਼ਿਸ਼ ਦਾ ਜਿਹੜਾ ਲੀਡਰ ਹੈ ਉਹ ਪੰਨੂ ਹੈ। ਮੈਂ ਇਸ ਨਜ਼ਰੀਏ ਨਾਲ ਉਹਨੂੰ ਦੇਖਦੀ ਹਾਂ। ਗੁਰਪਤਵੰਤ ਪੰਨੂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਪਿੱਛੇ ਜੀ, ਉਹਨੂੰ ਲੈ ਕੇ ਵੀ ਬਹੁਤ ਵਿਵਾਦ ਖੜਾ ਹੋਇਆ। ਐਵੇਂ ਹੀ ਲੱਗਣ ਲੱਗ ਗਿਆ ਕਿ ਹੁਣ ਸ਼ਾਇਦ ਭਾਰਤ ਦੇ ਵਿੱਚ ਹਾਲਾਤ ਥੋੜੇ ਹੋਰ ਤਣਾਅਪੂਰਵਕ ਹੋ ਸਕਦੇ। ਤੁਸੀਂ ਪੰਨੂ ਦੀ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਸੱਚੀ ਦੱਸਾਂ ਤਾਂ ਮੈਂ ਪੰਨੂ ਦੇ ਉੱਤੇ ਕਦੀ ਕਮੈਂਟ ਕਰਨਾ ਚਾਹੁੰਦੀ ਨਹੀਂ ਸੀ, ਲੇਕਿਨ ਇਸ ਵਾਰੀ ਜਿਹੜੀ ਇਹਦੀ ਬਿਆਨਬਾਜ਼ੀ ਹੈ ਨਾ ਉਹ ਸੱਚਮੁੱਚ ਬਹੁਤ ਹੀ ਨਿੰਦਣਯੋਗ ਹੈ। ਔਰ ਇਹਨੇ ਮਤਲਬ ਸਿੱਖ ਜਿਹੜੇ ਹੈਗੇ ਉਹਨਾਂ ਨੂੰ ਤਾਂ ਇਹਨੇ ਟਾਰਗੇਟ ਕੀਤਾ ਹੀ ਹੈ ਇਨਡਾਇਰੈਕਟਲੀ। ਇੱਕ ਤਰਫ ਤੇ ਦਿਖਾ ਰਿਹਾ ਕਿ ਮੈਂ ਸਿੱਖਾਂ ਦਾ, ਮੈਂ ਮਸੀਹਾ ਹਾਂ, ਸਿੱਖਾਂ ਲਈ ਮੈਂ ਸੋਚਦਾ ਹੈ, ਲੇਕਿਨ ਇਹ ਸਿੱਖਾਂ ਦੇ ਅਗੇਂਸਟ ਆ। ਇਹ ਸਿੱਖਾਂ ਨੂੰ ਬਦਨਾਮ ਕਰ ਰਿਹਾ ਔਰ ਪੂਰੇ ਵਰਲਡ 'ਚ ਕਰ ਰਿਹਾ। ਤੁਸੀਂ ਮੰਨੋਗੇ ਕਿ ਇੱਕ ਟਾਈਮ ਇੱਦਾਂ ਦਾ ਆ ਜਾਣਾ ਹੈ ਕਿ ਸਿੱਖ ਕਮਿਊਨਿਟੀ ਤੋਂ ਪੂਰਾ ਵਿਸ਼ਵ ਡਰੂਗਾ। ਉਹ ਕਹੂਗਾ ਕਿ ਇਹ ਤਾਂ ਟੈਰਰਿਸਟ ਆ, ਜਿੱਦਾਂ ਦੇ ਕੰਮ ਕਰ ਰਿਹਾ ਹੈ, ਜਿੱਦਾਂ ਦੇ ਬਿਆਨਬਾਜ਼ੀਆਂ ਦੇ ਰਿਹਾ। ਔਰ ਇਹ ਸੋਚਣੇ ਵਾਲੀ ਗੱਲ ਹੈ, ਚਿੰਤਾ ਵਾਲੀ ਗੱਲ ਹੈ। ਦੂਸਰੀ ਗੱਲ, ਇਹਨੇ ਸਿੱਖਾਂ ਦੇ ਨਾਲ ਜਿਹੜੀ ਸਾਡੀ SC ਕਮਿਊਨਿਟੀ ਹੈ, SC ST, ਉਹਨਾਂ ਨੂੰ ਵੀ ਇਹਨੇ ਬਹੁਤ ਠੇਸ ਪਹੁੰਚਾਈ ਹੈ। ਅਤੇ SC ST ਕਮਿਊਨਿਟੀ ਤੁਹਾਡੀ ਇਕੱਲੀ ਹਿੰਦੂਆਂ ਦੇ ਵਿੱਚ ਨਹੀਂ ਹੈ, ਸਿੱਖਾਂ ਦੇ ਵਿੱਚ ਵੀ ਹੈ। ਤੁਹਾਨੂੰ ਇਹ ਕਿਉਂ ਲੱਗਦਾ ਕਿ SC ST ਕਮਿਊਨਿਟੀ ਨੂੰ ਠੇਸ ਪਹੁੰਚਾਈ ਹੈ? ਤੁਹਾਨੂੰ ਪਤਾ ਹੈ ਕਿ ਬਾਬਾ ਸਾਹਿਬ, ਤੁਸੀਂ ਜਾਣਦੇ ਹੋ ਕਿ ਭਾਰਤ ਲਈ ਉਹ ਸ਼ਖਸੀਅਤ ਨੇ ਜਿਹਨੇ ਭਾਰਤ ਨੂੰ ਆਪਣਾ ਸੰਵਿਧਾਨ ਦਿੱਤਾ ਵਾ। ਅੱਜ ਸਾਡਾ ਭਾਰਤ ਉਸ ਸੰਵਿਧਾਨ ਦੇ ਅੰਤਰਗਤ ਚੱਲ ਰਿਹਾ। ਅਤੇ ਮੈਂ ਤਾਂ ਕਹਾਂਗੀ, ਆਪਣੇ ਆਪ ਨੂੰ ਵਕੀਲ ਕਹਿੰਦਾ ਹੈ ਨਾ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਵਕੀਲਾਂ ਨੂੰ ਕਹਾਂਗੀ ਕਿ ਇਹਨੂੰ ਵਕਾਲਤ ਦੇ ਹੀ ਰਾਹੀਂ ਇਹਨੂੰ ਭਾਰਤ ਬੁਲਾਓ, ਕਿਉਂਕਿ ਇਹਨੇ ਸਾਡੇ ਭਾਰਤ ਦੇ ਨਾਲ ਗਲਤ ਕੀਤਾ ਹੈ। ਸਾਡੇ ਭਾਰਤੀਆਂ ਨੂੰ, ਸਾਡੇ ਬਾਬਾ ਸਾਹਿਬ ਨੂੰ ਇਹਨੇ ਉਹਨਾਂ ਦੇ ਨਾਲ ਜੋ ਵੀ ਹੈ ਉਹਨਾਂ ਦੀ ਮੂਰਤੀ ਦੇ ਉੱਤੇ ਨੇ ਗਲਤ, ਉਹਨਾਂ ਨੇ ਜਿਹੜੇ ਵਰਡ ਯੂਜ਼ ਕੀਤੇ ਸੀ ਰਾਕਸ਼ਸ, ਇੱਦਾਂ ਦੇ ਵਰਡ ਯੂਜ਼ ਕਰਨੇ, ਇਹਦੇ ਉੱਤੇ ਕੇਸ ਪਾਓ, ਪਟੀਸ਼ਨ ਪਾਓ, ਇਹਨੂੰ ਭਾਰਤ ਬੁਲਾਇਆ ਜਾਵੇ। ਔਰ ਬੁਲਾ ਸਕਦੇ ਆ, ਕਾਨੂੰਨ ਹੈ, ਅਸੀਂ ਇਹਨੂੰ ਬੁਲਾ ਸਕਦੇ ਹਾਂ। ਸਰਕਾਰ ਇਹਨੂੰ ਬੁਲਾਵੇ ਅਤੇ ਇਹਨੂੰ ਇੱਥੇ ਦੰਡ ਦਿੱਤਾ ਜਾਵੇ, ਤਾਂ ਕਿ ਅੱਗੇ ਆਉਣ ਵਾਲੇ ਟਾਈਮ 'ਚ ਕੋਈ ਵੀ ਇੱਦਾਂ ਦੀ ਮਤਲਬ ਜਿਹੜੀ ਟਿੱਪਣੀ ਜਾਂ ਵਰਡਸ ਜਾਂ ਇੱਦਾਂ ਦੀ ਜਿਹੜੇ ਗੱਲਾਂ ਕਰਦੇ ਆ ਕੋਈ ਕਰੇ ਨਾ।
ਮੈਂ ਜਿੰਨਾ ਸਮਝ ਸਕਿਆ ਨਾ ਇਸ ਗੱਲ ਨੂੰ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨਾਲ ਦਿੱਕਤ ਕੀ ਹੈ, ਉਹ ਐਂ ਸਮਝ ਆਉਂਦਾ ਹੈ ਕਿ ਕਹਿੰਦੇ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਸਾਨੂੰ ਹਿੰਦੂ ਸਮਾਜ ਦੀ ਕੈਟਾਗਰੀ 'ਚ ਹੀ ਰੱਖਿਆ, ਅਸੀਂ ਸਿੱਖ ਸੀਗੇ ਸਾਨੂੰ ਹਿੰਦੂ ਸਮਾਜ ਦੀ ਕੈਟਾਗਰੀ 'ਚ ਰੱਖਿਆ। ਐਂ ਲੱਗਦਾ ਸਿਰਫ ਇਸੇ ਗੱਲ ਦਾ ਰੋਸ ਹੈ। ਦੇਖੋ ਮੈਨੂੰ ਐਦਾਂ ਦਾ ਕੁਝ ਤੁਸੀਂ ਉੱਥੇ ਪਾਰਟਿਕੂਲਰ ਕੁਝ ਲਿਖਿਆ ਹੋਇਆ ਹੈ ਤਾਂ ਦੱਸੋ। ਉਹਨਾਂ ਨੇ ਤਾਂ ਸਭ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ ਸੀ, ਸਭ ਨੂੰ ਇਕੁਐਲਿਟੀ ਉਹਨਾਂ ਦੀ। ਦੇਖੋ ਮੈਨੂੰ ਜਦ ਵੀ ਅਸੀਂ ਮੈਂ ਕਿਸੇ ਵੀ ਚੀਜ਼ ਨੂੰ ਕਹਿੰਦੀ ਹਾਂ, ਅਸੀਂ ਹਰ ਇੱਕ ਵਰਡ ਦਾ ਜਾਂ ਹਰ ਇੱਕ ਲਾਈਨ ਦੇ ਨਾ ਮੀਨਿੰਗਸ ਕਈ ਨਿਕਾਲ ਲੈਂਦੇ ਆ। ਲਿਖਣ ਵਾਲਾ ਉਹਨੇ ਕਿਸ ਪੁਆਇੰਟ ਆਫ ਵਿਊ ਨਾਲ ਲਿਖਿਆ ਸੀ, ਉਹਨੇ ਸਭ ਨੂੰ ਇੱਕ ਕੀਤਾ ਸੀ। ਉਹਨਾਂ ਨੇ ਕੋਸ਼ਿਸ਼ ਕੀਤੀ ਸੀ। ਉਹ ਜਿਹੜਾ ਦੌਰ ਸੀ ਨਾ, ਉਦੋਂ ਐਸਸੀ ਕਮਿਊਨਿਟੀ ਨਾਲ ਬਹੁਤ ਗਲਤ ਹੁੰਦਾ ਸੀ, ਜਿਹੜਾ ਕਿ ਪਹਿਲੇ ਨਹੀਂ ਹੁੰਦਾ ਸੀ, ਅੰਗਰੇਜ਼ਾਂ ਨੇ ਫੂਟ ਪਾਈ ਸੀ। ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਉਹਨੂੰ ਖਤਮ ਕਰਨ ਦੀ ਤੇ ਸਭ ਨੂੰ ਇੱਕ ਕਰਨ ਦੀ। ਲੇਕਿਨ ਅੱਗੇ ਜਿੱਦਾਂ ਇਹ ਵੱਧਦਾ ਗਿਆ, ਇਹਦੀ ਟਰਾਂਸਲੇਸ਼ਨਸ ਹੁੰਦੀ ਗਈ, ਜਿੱਦਾਂ ਇਹਨੂੰ ਐਕਸਪਲੇਨ ਕਰਦੇ ਗਏ, ਉਹ ਬਹੁਤ ਵੱਖ-ਵੱਖ ਚੀਜ਼ਾਂ ਹੁੰਦੀਆਂ ਗਈਆਂ। ਤੇ ਇਹ ਇਸ 'ਚ ਕੋਈ ਮਤਲਬ ਪਾਰਟਿਕੂਲਰ ਨਹੀਂ ਹੈ, ਕਿਤੇ ਕਿਤੇ ਲਿਖਿਆ ਹੋਇਆ ਕਿ ਅਸੀਂ ਹਿੰਦੂ ਤੇ ਸਿੱਖ ਹੈ। ਔਰ ਮੈਨੂੰ ਲੱਗਦਾ ਹੈ ਕਿ ਆਪਾਂ ਇੱਕ ਆ, ਅਸੀਂ ਕਿੱਥੇ ਵੱਖਰੇ ਆ, ਅਸੀਂ ਇੱਕ ਆ। ਹੈ ਤੇ ਅਸੀਂ ਇੱਥੇ ਦੇ ਨਾ, ਲੜਾਈਆਂ ਅਸੀਂ ਇਕੱਠੀਆਂ ਲੜੀਆਂ ਨਾ, ਹਰ ਚੀਜ਼ ਨੂੰ ਇਕੱਠੀ। ਮੈਂ ਕਹਿੰਦੀ ਮੈਂ ਸਿੱਖ ਹਾਂ, ਇਸ 'ਚ ਕੀ ਹੋ ਗਿਆ? ਹਿੰਦੂ ਵੀ ਸਿੱਖ ਹੈ, ਸਿੱਖ ਵੀ ਹਿੰਦੂ ਹੈ। ਅਸੀਂ ਇੱਕ ਆ, ਅਸੀਂ ਇਨਸਾਨ ਹੈ, ਅਸੀਂ ਭਾਰਤੀ ਹੈ। ਸਭ ਤੋਂ ਪਹਿਲੇ ਇਹ ਮੈਟਰ ਕਰਦਾ, ਵੀ ਆਰ ਇੰਡੀਅਨ, ਠੀਕ ਹੈ। ਤੇ ਇਹ ਚੀਜ਼ਾਂ, ਇਹ ਤਾਂ ਸਿਰਫ ਸਿੱਖਾਂ ਨੂੰ ਬਦਨਾਮ ਕਰ ਰਿਹਾ ਹੈ ਔਰ ਕੁਛ ਨਹੀਂ ਕਰ ਰਿਹਾ। ਇਹ ਹਰ ਵਾਰੀ ਸਿੱਖ ਨੂੰ ਟਾਰਗੇਟ ਕਰਦਾ। ਤੁਸੀਂ ਲਾ ਲਓ ਕਿੰਨੇ ਚਿਰ ਹੋਏ, 5 ਸਾਲ। ਇਹ ਪਹਿਲੀ ਗੱਲ ਤਾਂ ਪਹਿਲੇ ਖੁਦ ਹੀ ਸਿੱਖ ਨਹੀਂ ਹੈ। ਜੇ ਇਹ ਮਤਲਬ ਇਹਦੀ ਪਿਛੋਕੜ ਜੇ ਸ਼ੁਰੂ ਤੋਂ ਬਚਪਨ ਤੋਂ ਇਹਨੇ ਸਿੱਖੀ ਨੂੰ ਵੇਖਿਆ ਹੋਵੇ ਤੇ ਇਹ ਇਹਦੀ ਸ਼ਕਲਾਂ, ਇਹਦੀ ਫੋਟੋਆਂ, ਇਹ ਕਿੱਥੋਂ ਤੁਹਾਨੂੰ ਸਿੱਖ ਲੱਗ ਰਿਹਾ? ਇਹ ਮੈਂ ਕਹਾਂਗੀ ਤੁਸੀਂ ਜ਼ੂਮ ਕਰੋ, ਇਹ ਇੱਕ ਨਹੀਂ ਕਈ ਫੋਟੋ ਹੈ। ਅਚਾਨਕ ਹੀ ਇਹਨੇ ਹੁਣ ਇਹ ਪੱਗ ਵੀ ਨਹੀਂ ਪਾਉਂਦਾ। ਜੇ ਇਹ ਖਾਲਿਸਤਾਨ ਦੀ ਮੰਗ ਕਰਦਾ ਹੈ, ਸਿੱਖ ਦੀ ਗੱਲ, ਖਾਲਸਾ ਰਾਜ ਕੀ ਆ? ਖਾਲਸਾ ਕੀ ਸਿਖਾਉਂਦਾ ਤੁਹਾਨੂੰ? ਮੈਂ ਤੁਹਾਨੂੰ ਪੁੱਛਦੀ ਹਾਂ, ਤੁਸੀਂ ਰੱਖਦੇ ਹੋ ਕੀ ਸਿਖਾਉਂਦਾ ਤੁਹਾਨੂੰ ਖਾਲਸਾ? ਤੇ ਖਾਲਸਾ ਰਾਜ ਦੇ ਨਾਲ ਹੀ ਖਾਲਸਾ ਨਹੀਂ ਬਣਦਾ ਨਾ। ਤੇ ਖਾਲਸੇ ਨੂੰ ਕਿੱਥੇ ਇਹਨੇ ਅਪਣਾਇਆ? ਇਹਦੇ ਕੀ ਮਤਲਬ? ਹੁਣ ਇਹ ਆਪਣੇ ਆਪ ਨੂੰ ਇਹਨੇ ਬਰੀਡ बढ़ा ਲਈ ਹੈ, ਤੇ ਲੇਕਿਨ ਇਹ ਖਾਲਸੇ ਨੂੰ ਇਹਨੇ ਅਪਣਾਇਆ ਸਹੀ ਤਰੀਕੇ ਨਾਲ, ਤੇ ਫਿਰ ਖਾਲਿਸਤਾਨ ਦੀ ਮੰਗ ਕਿੱਥੋਂ ਕਰਦਾ ਹੈ? ਮੈਂ ਤਾਂ ਕਹਾਂਗੀ ਕਿ ਇਹਨੂੰ ਤਾਂ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਕਿ ਅੱਗੇ ਤੋਂ ਤੂੰ ਮਤਲਬ ਕੋਸੋਂ ਦੂਰ ਬੈਠਾ ਵਾ ਤੇ ਇੱਥੇ ਟਿੱਪਣੀਆਂ ਕਰ ਰਿਹਾ ਤੇ ਸਿੱਖਾਂ ਭਰਾਵਾਂ ਨੂੰ ਤਾਂ ਮਤਲਬ ਇੱਥੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ। ਸਿਰਫ ਬਦਨਾਮ ਕਰ ਰਿਹਾ ਔਰ ਕੁਛ ਨਹੀਂ ਕਰ ਰਿਹਾ, ਕਿਉਂਕਿ ਵੇਸ਼ਭੂਸ਼ਾ ਉਹ ਕਰਕੇ ਤੇ ਇੱਦਾਂ ਦੀ ਲਾਈਨਾਂ ਲਿਖ ਕੇ ਇਹ ਸਿਰਫ ਇਹ ਦਿਖਾ ਰਿਹਾ ਹੈ ਕਿ ਜਿਹੜੀ ਸਿੱਖ ਕੌਮ ਹੈ ਉਹ ਤਾਂ ਮਤਲਬ ਖਾਲਿਸਤਾਨੀ ਇਹ ਹੈ, ਇਹ ਮੰਗਾ ਕਰ ਰਹੀ ਹੈ। ਔਰ ਇਹਦਾ ਜਿਹੜਾ ਮੈਸੇਜ ਹੈ ਨਾ ਪੂਰੇ ਵਰਲਡ 'ਚ ਬਹੁਤ ਨੈਗੇਟਿਵ ਜਾ ਰਿਹਾ ਔਰ ਉਹ ਨਹੀਂ ਜਾਣਾ ਚਾਹੀਦਾ। ਇਹਦੇ ਨਾਲ ਮੈਂ ਵਕਫ ਬਿੱਲ ਦੀ ਵੀ ਗੱਲ ਕਰਨੀ ਚਾਹੁੰਦਾ। ਅੱਜ ਉਸ ਮਾਮਲੇ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਹੀ ਕਹਿ ਦਈਏ ਬਹੁਤ ਚਰਚਾਵਾਂ ਵਾਪਰ ਰਹੀਆਂ ਨੇ। ਭਾਰਤ ਵੀ ਕਹਿ ਦਈਏ ਕਿ ਇੰਟਰਨੈਸ਼ਨਲ ਲੈਵਲ ਤੇ ਬਹੁਤ ਕੁਝ ਇਸ ਬਾਰੇ ਵਿਚਾਰਿਆ ਜਾ ਰਿਹਾ। ਵਕਫ ਬਿੱਲ ਦੇ ਹੱਕ 'ਚੋਂ ਤੁਸੀਂ ਜਾਂ ਵਿਰੋਧ ਵਿੱਚੋਂ, ਪਹਿਲਾਂ ਇਹ ਦੱਸੋ। ਦੇਖੋ ਇੱਥੇ ਹੱਕ ਤੇ ਵਿਰੋਧ ਦੀ ਮੈਂ ਗੱਲ ਤਾਂ ਨਹੀਂ ਕਰਾਂਗੀ। ਮੈਂ ਥੋੜ੍ਹਾ ਜਿਹਾ ਇਹਦੇ ਬਾਰੇ, ਕੱਲ੍ਹ ਹੀ ਤੁਹਾਨੂੰ ਪਤਾ ਹੈ ਇਹਦੇ ਉੱਤੇ ਜਦੋਂ ਕਨਫਰਮੇਸ਼ਨ ਨਹੀਂ ਹੁੰਦੀ ਅਸੀਂ ਕੁਝ ਕਹਿ ਨਹੀਂ ਸਕਦੇ। ਤੇ ਜਿੰਨਾ ਕਿ ਮੈਂ ਇਹਨੂੰ ਸਟੱਡੀ ਕੀਤਾ ਜਾਂ ਇਹਨੂੰ ਸਮਝਿਆ, ਮੈਂ ਕੱਲ੍ਹ ਤੇ ਅੱਜ ਦੇ ਵਿੱਚ ਜਿੰਨਾ ਕਿ ਸਮਝਿਆ, ਮੈਂ ਉੱਥੇ ਹੀ ਉਨੀ ਕੀ ਗੱਲ ਤੁਹਾਡੇ ਨਾਲ ਇਹਦੇ ਬਾਰੇ ਜ਼ਰੂਰ ਕਰਾਂਗੀ। ਐਕਚੁਅਲੀ ਵਕਫ ਬੋਰਡ ਦੇ ਵਿੱਚ ਜਿਹੜੀ ਪੁਰਾਣੀ ਜੇ ਹਿਸਟਰੀ ਆਪਾਂ ਦੇਖੀਏ, ਜਦੋਂ ਇਹ ਬਣਾਇਆ ਗਿਆ ਸੀ ਤੇ ਤਾਂ ਬਣਾਇਆ ਗਿਆ ਸੀ ਕਿ ਇਹ ਪਾਕਿਸਤਾਨ ਔਰ ਭਾਰਤ ਦਾ ਵਿਭਾਜਨ ਜਦੋਂ ਹੋਇਆ ਸੀ ਤੇ ਪਾਕਿਸਤਾਨ 'ਚ ਵੀ ਇੱਕ ਬੋਰਡ ਬਣਾਇਆ ਗਿਆ ਸੀ। ਮੈਨੂੰ ਉਹਦਾ ਨਾਮ ਐਂਡ ਸਮਥਿੰਗ ਕੁਛ ਇੱਦਾਂ, ਮੈਨੂੰ ਯਾਦ ਨਹੀਂ ਆ ਰਿਹਾ। ਤੇ ਉਸ ਬੋਰਡ ਦੇ ਵਿੱਚ ਇਹ ਕਿਹਾ ਗਿਆ ਸੀ ਜਿਹੜੇ ਉੱਥੇ ਮੰਦਿਰ ਗੁਰਦੁਆਰਾ ਸਾਹਿਬ ਰਹਿ ਗਏ ਆ ਜਾਂ ਚਰਚ ਰਹਿ ਗਏ ਆ, ਉਹ ਇੱਕ ਹੀ ਬੋਰਡ ਸਭ ਨੂੰ ਵੇਖੂਗਾ। ਲੇਕਿਨ ਇੱਥੇ ਉਲਟਾ ਹੋਇਆ। ਇੱਥੇ ਇਹਨਾਂ ਨੇ ਪ੍ਰੋਪਰ ਮਤਲਬ ਮੁਸਲਿਮ ਕਮਿਊਨਿਟੀ ਨੂੰ ਇੱਕ ਵਕਫ ਬੋਰਡ ਬਣਾ ਦਿੱਤਾ। ਤੇ ਮੈਂ ਨਾ ਕੱਲ ਕਿਸੇ ਮੁਸਲਿਮ ਭਰਾ ਨਾਲ ਹੀ ਗੱਲ ਕੀਤੀ ਸੀ ਇਸ ਬਾਰੇ 'ਚ ਕਿ ਭਾਜੀ ਤੁਹਾਡੀ ਕੀ ਸੋਚ ਹੈ ਇਹਦੇ ਬਾਰੇ। ਤੇ ਮੈਂ 2-3 ਸਵਾਲ ਕੀਤੇ ਸੀ, ਪਰ ਉਹਨਾਂ ਦੇ ਜਿਹੜੇ ਸਵਾਲਾਂ ਦੇ ਆਨਸਰ ਆਏ ਨਾ, ਆਈ ਐਮ ਨਾਟ ਸੈਟਿਸਫਾਈਡ। ਜੇ ਪੁਰਾਣੀ ਮੈਂ ਗੱਲ ਕਰਾਂ, ਉਹ ਕਹਿੰਦੇ ਸੀ, ਮੈਂ ਕਿਹਾ ਤੁਹਾਡੀ ਮਤਲਬ ਵਕਫ ਬੋਰਡ ਦਾ ਕੀ ਕੰਮ ਹੈ? ਕਹਿੰਦੇ ਉੱਥੇ ਜੇ ਕਿਸੇ ਨੇ ਕੋਈ ਦਾਨ ਕਰਨੀ ਹੋ ਜ਼ਮੀਨ ਤੇ ਉੱਥੇ ਉਹ ਵਿਕ ਨਹੀਂ ਸਕਦੀ। ਮੈਂ ਕਿਹਾ ਕਿੱਦਾਂ ਹੁੰਦੀ ਹੈ ਦਾਨ? ਕਹਿੰਦੇ ਇੱਕ ਵਕਫ ਬੋਰਡ ਦਾ ਇੱਕ ਹੁੰਦਾ, ਉਹਦੇ ਵਿੱਚ ਲਿਖ ਕੇ ਦੇ ਦਿੰਦੇ ਆ। ਤੇ ਮਤਲਬ ਦੇਖੋ ਕਾਨੂੰਨ ਦੇ ਅਧੀਨ ਹੋਣੀ ਚਾਹੀਏ ਨਾ। ਹੁਣ ਕਈ ਬਾਰ ਮੈਂ ਕੋਰਟ 'ਚ ਅਸੀਂ ਕੇਸਿਸ देखे हैं कि पार्टी कह देती है कि ये मेरे से ज़बरदस्ती करवाई गई ज़मीन नाम। तो ये चीज़ तो कहीं ना कहीं वक्फ बोर्ड में भी हुई होंगी। दूसरा, जो हमें कई बातें पता लगी हैं, ऐसी बातें पता लगी हैं कि मौलवीज़ के पास जो मस्जिदों की ज़मीनें पड़ी हैं वो यूज़ कर रहे हैं उसका, तो ये गलत है। मुझे लगता है कि वक्फ बोर्ड अगर है तो सहूलियत के लिए बनाया गया था, पर्सनल यूज़ के लिए नहीं जो उन्होंने की। अगर वक्फ बोर्ड का ये यूज़ करते सही तरीके से तो आज मुझे लगता है इनकी कम्युनिटी के सबसे ज़्यादा स्कूल्स होने थे, सबसे ज़्यादा कॉलेजेस होने थे, चैरिटेबल कॉलेजेस, हॉस्पिटल्स होने थे। लेकिन वो तो मुझे आज तक कोई भी आप बता दो मुझे कि अगर कोई नज़र आता हो,
अगर इनके बोर्ड में अगर कोई नज़र आता है कि इन्होंने कोई स्कूल बनाए हैं बच्चों के लिए या कॉलेजेस बनाए हैं या कोई आपने हॉस्पिटल्स बनाए हैं, जो कि मुझे लगता है कि अगर मैं एसजीपीसी से कंपेयर करूं इसको, तो क्योंकि मैं काफ़ी सारे बयान सुन रही थी कल, तो एसजीपीसी को तो हमेशा सलूट है और सलूट ही रहेगा, क्योंकि एसजीपीसी ने जितना दिया है ना आम जनता को कोई दे नहीं सकता। तो एसजीपीसी से कंपेयर करना बहुत गलत है, जो कर रहे हैं इसको कंपेयर वो गलत है। एसजीपीसी कि अगर ऐसा कुछ होता है तो मुझे लगता है मेरी जैसी एक आम नागरिक भी उसके अगेंस्ट खड़ी हो जाएगी, ऐसा कुछ होता है। ਸਵਾਲ ਮੇਰਾ ਪੁੱਛਣਾ ਬਣਦਾ ਹੈ, ਹੁਣ ਜਿਵੇਂ ਐਸਜੀਪੀਸੀ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਗੁਰਦੁਆਰੇ ਨੇ, ਗੁਰਦੁਆਰੇ ਸਾਹਿਬਾਨ ਨੇ, ਉਹਨਾਂ ਦਾ ਸੰਚਾਲਨ ਐਸਜੀਪੀਸੀ ਦੇ ਥਰੂ ਹੋਵੇ ਜਾਂ ਉਹ ਦੇਖ ਰੇਖ ਕਰਨ ਗੁਰਦੁਆਰੇ ਸਾਹਿਬਾਨਾਂ ਦੀ। ਉਸੇ ਤਰ੍ਹਾਂ ਜਿਹੜੇ ਮੁਸਲਿਮ ਭਾਈਚਾਰੇ ਨੇ ਉਹ ਚਾਹਣਗੇ ਕਿ ਉਹਨਾਂ ਦੀਆਂ ਮਸਜਿਦਾਂ ਦੀ ਦੇਖ ਰੇਖ ਵਕਫ ਬੋਰਡ ਵੱਲੋਂ ਕੀਤਾ ਜਾਵੇ। ਮੈਂ ਇਸ ਚੀਜ਼ 'ਚ ਬਿਲਕੁਲ ਤੁਹਾਡੇ ਨਾਲ ਐਗਰੀ ਕਰਾਂਗੀ। ਜੇ ਉਹ ਚਾਹੁੰਦੇ ਆ ਤਾਂ ਆਪਾਂ ਸਰਕਾਰ ਨੂੰ, ਮੈਨੂੰ ਲੱਗਦਾ ਹੈ ਆਪਾਂ ਨੂੰ ਮਿਲ ਕੇ ਸਭ ਨੂੰ, ਕਿਉਂਕਿ ਦੇਖੋ ਉਹਨਾਂ ਦੇ ਧਰਮ ਦੇ ਬਾਰੇ ਉਹਨਾਂ ਨੂੰ ਜ਼ਿਆਦਾ ਪਤਾ ਹੈ। ਇੱਕ ਸੰਚਾਲ ਕਰਨਾ ਉਹ ਚੀਜ਼ ਵਧੀਆ ਹੈ, ਠੀਕ ਹੈ, ਲੇਕਿਨ ਇੱਕ ਇਸ ਚੀਜ਼ ਦਾ ਦੋ ਪਹਿਲੂ ਹੈ। ਵਕਫ ਬੋਰਡ 'ਚ ਮੈਨੂੰ ਲੱਗਦਾ ਸਾਰਾ ਕੁਝ ਨਹੀਂ ਚੇਂਜ ਕੀਤਾ ਗਿਆ, ਕੁਝ ਚੇਂजेस ਹੋਏ ਆ, सारा कुछ नहीं चेंज किया गया। तो मैंने लगता नहीं, ये सिर्फ अफवाहें फैलाई जा रही हैं। जो उनके धर्म को लेके है वो उनके पास ही रहेगी, लेकिन जो उन्होंने एक मैं कहूँगी सख्त कानून बनाए थे, कुछ अपने हिसाब से कानून बनाए थे, उसमें संशोधन हुआ है। जैसे जैसे इसका यूज़ होगा इसके बारे में हमें खुल के चीज़ें पता लगेंगी। ਬਿਲਕੁਲ ਇਹ ਸਿਚੁਏਸ਼ਨ ਇਹਨਾਂ ਦੋਵਾਂ ਮਾਮਲਿਆਂ ਬਾਰੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ, ਦੱਸਦੇ ਰਵਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ ਤੇ।